ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਨੇ ਗਤੀ ਚੈਪਟਰ ਤੇ ਜਿਹੜੇ ਬਚ ਗਏ ਸੀਗੇ। ਆਪਾਂ ਕੱਲ੍ਹ ਤੁਹਾਨੂੰ ਐਕਸਲਰੇਸ਼ਨ ਤਾਂ ਕਰਾ ਦਿੱਤੀ ਸੀਗੀ, ਪਰ ਐਕਸਲਰੇਸ਼ਨ ਤੋਂ ਅੱਗੇ ਵੀ ਉਹਦੇ ਦੋ ਤਰ੍ਹਾਂ ਦੇ ਹੁੰਦੀ ਹੈ ਅੱਗੇ ਟਾਈਪਸ ਐਕਸਲਰੇਸ਼ਨ ਦੀ। ਸਭ ਤੋਂ ਪਹਿਲੀ ਟਾਈਪ ਹੁੰਦੀ ਹੈ ਯੂਨੀਫਾਰਮ ਐਕਸਲਰੇਸ਼ਨ, ਭਾਵ ਇੱਕ ਸਮਾਨ ਪ੍ਰਵੇਗ। ਸਿੰਪਲ ਵਰਡਸ ਵਿੱਚ ਦੱਸੀਏ ਤਾਂ ਇਹਦਾ ਮਤਲਬ ਹੁੰਦਾ ਜੇਕਰ ਕੋਈ ਵੀ ਵਸਤੂ ਜਾਂ ਫਿਰ ਕੋਈ ਵੀ ਆਬਜੈਕਟ ਲਾ ਲਓ, ਜੇਕਰ ਉਸ ਦਾ ਜਿਹੜਾ ਵੈਲੋਸਿਟੀ ਆ ਉਹ ਇੱਕ ਬਰਾਬਰ ਟਾਈਮ ਵਿੱਚ ਬਰਾਬਰ ਮਾਤਰਾ ਵਿੱਚ ਵੱਧਦੀ ਜਾਂ ਘਟਦੀ ਹੈ ਤਾਂ ਉਹਨੂੰ ਆਪਾਂ ਕਹਾਂਗੇ ਜੀ ਇੱਕ ਸਮਾਨ ਪ੍ਰਵੇਗ। ਹੁਣ ਆਪਾਂ ਇੱਕ ਐਗਜ਼ਾਮਪਲ ਲੈ ਕੇ ਵੇਖਦੇ ਹਾਂ। ਚਲੋ ਜੀ ਆਹ ਐਗਜ਼ਾਮਪਲ ਵੇਖ ਲੈਂਦੇ ਹਾਂ ਆਪਾਂ। ਇਹ ਐਕਚੁਅਲੀ ਹੈਗੀ ਤਾਂ ਯੂਨੀਫਾਰਮ ਐਕਸਲਰੇਸ਼ਨ ਦੀ ਆ। ਇੱਥੇ ਮੈਂ ਥਾਂ ਛੱਡਣੀ ਥੋੜ੍ਹੀ ਜਿਹੀ ਭੁੱਲ ਗਿਆ ਸੀ, ਇਸੇ ਕਰਕੇ ਮੈਂ ਥੱਲੇ ਦੱਸਤੀ। ਹੁਣ ਲਾ ਲਓ ਕੋਈ ਵੀ ਵਿਅਕਤੀ ਆ ਇੱਥੇ, ਸਭ ਤੋਂ ਪਹਿਲਾਂ ਉਹ ਇੱਕ ਥਾਂ 'ਤੇ ਖੜਾ ਹੋਇਆ, ਉਹ ਚੱਲ ਨਹੀਂ ਰਿਹਾ ਹੈਗਾ। ਤਾਂ ਇਸੇ ਕਰਕੇ ਸ਼ੁਰੂਆਤੀ ਜਦੋਂ ਟਾਈਮ 0 ਸੀਗਾ ਤਾਂ ਉਹਦੀ ਵੈਲੋਸਿਟੀ ਵੀ 0 ਸੀ। ਉਹ ਤੋਂ ਬਾਅਦ 2 ਸੈਕਿੰਡ ਬਾਅਦ ਉਹ ਭੱਜਣਾ ਸ਼ੁਰੂ ਕਰਤਾ ਤਾਂ ਭੱਜਦੇ ਭੱਜਦੇ ਉਹਦੀ ਵੈਲੋਸਿਟੀ ਹੋ ਜਾਂਦੀ 2 ਮੀਟਰ ਪਰ ਸੈਕਿੰਡ ਦੀ। ਉਹ ਤੋਂ ਬਾਅਦ ਫਿਰ ਉਹ ਹੋਰ ਤੇਜ਼ ਹੋ ਜਾਂਦੇ 2 ਸੈਕਿੰਡ ਬਾਅਦ। ਉਹ ਤੋਂ ਬਾਅਦ 2 ਸੈਕਿੰਡ ਜਦੋਂ ਹੋਰ ਐਡ ਹੋ ਗਏ ਤਾਂ 4 ਸੈਕਿੰਡ ਬਾਅਦ ਹੋ ਗਿਆ। 4 ਸੈਕਿੰਡ ਬਾਅਦ ਉਹਦੀ ਵੈਲੋਸਿਟੀ ਹੋ ਜਾਂਦੀ 4 ਮੀਟਰ ਪਰ ਸੈਕਿੰਡ। ਹੁਣ ਆਪਾਂ ਇਹਦੇ ਵਿੱਚ ਕੀ ਵੇਖਦੇ ਹਾਂ, ਇੱਥੇ ਵੀ 2 ਸੈਕਿੰਡ ਦਾ ਡਿਫਰੈਂਸ, ਇੱਥੇ ਵੀ 2 ਸੈਕਿੰਡ ਦਾ ਡਿਫਰੈਂਸ। ਹੁਣ ਇੱਥੋਂ ਤੋਂ ਇੱਥੋਂ ਵੈਲੋਸਿਟੀ ਵਧੀ 2 ਮੀਟਰ ਪਰ ਸੈਕਿੰਡ ਦੀ, ਅਤੇ ਇੱਥੋਂ ਤੋਂ ਇੱਥੇ ਵੀ ਵੈਲੋਸਿਟੀ ਵਧੀ 2 ਮੀਟਰ ਪਰ ਸੈਕਿੰਡ ਦੀ। ਹੁਣ ਇਹਦੇ ਵਿੱਚ ਸਾਰਿਆਂ ਵਿੱਚ 2-2 ਸੈਕਿੰਡ ਦਾ ਡਿਫਰੈਂਸ ਸੀਗਾ ਅਤੇ ਸਾਰਿਆਂ ਦੀ ਵੈਲੋਸਿਟੀ ਵੀ ਬਰਾਬਰ ਵਧੀ। ਤਾਂ ਇਸੇ ਕਰਕੇ ਆਪਾਂ ਇਸ ਤਰ੍ਹਾਂ ਦੀ ਜਿਹੜੀ ਵੈਲੋਸਿਟੀ ਇਸ ਤਰ੍ਹਾਂ ਜੇ ਵਧੇਗੀ ਤਾਂ ਆਪਾਂ ਉਸ ਨੂੰ ਕਹਾਂਗੇ ਯੂਨੀਫਾਰਮ ਐਕਸਲਰੇਸ਼ਨ। ਹੁਣ ਤੁਸੀਂ ਜੇਕਰ ਵੈਲੋਸਿਟੀ ਬਰਾਬਰ ਵਧੇਗੀ ਤਾਂ ਐਕਸਲਰੇਸ਼ਨ ਵੀ ਬਰਾਬਰ ਹੀ ਵਧੇਗੀ। ਆਪਾਂ ਨੂੰ ਫਾਰਮੂਲਾ ਪਤਾ ਹੀ ਹੈ ਐਕਸਲਰੇਸ਼ਨ ਦਾ, ਚੇਂਜ ਇਨ ਵੈਲੋਸਿਟੀ ਓਵਰ ਟਾਈਮ। ਹੁਣ ਕਿਉਂਕਿ ਇੱਥੇ ਵੈਲੋਸਿਟੀ ਵਿੱਚ ਚੇਂਜ ਤਾਂ ਬਰਾਬਰ ਹੀ ਹੈ ਅਤੇ ਟਾਈਮ ਵੀ ਬਰਾਬਰ ਆ, ਇਸੇ ਕਰਕੇ ਐਕਸਲਰੇਸ਼ਨ ਵੀ ਬਰਾਬਰ ਆਏਗੀ। ਉਸੇ ਤਰ੍ਹਾਂ ਜੀ ਦੂਜੀ ਟਾਈਪ ਹੁੰਦੀ ਆ ਆਪਣੇ ਕੋਲੇ ਨਾਨ ਯੂਨੀਫਾਰਮ ਐਕਸਲਰੇਸ਼ਨ। ਇਹਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਜਿਹੜੇ ਸਿੰਪਲ ਹੀ ਗੱਲ, ਇਹਦੇ ਵਿੱਚ ਜਿਹੜੀ ਵੈਲੋਸਿਟੀ ਆ ਉਹ ਅੱਡ ਟਾਈਮ 'ਤੇ ਅੱਡ ਤਰੀਕੇ ਨਾਲ ਵੱਧਦੀ ਹੈ। ਇਸੇ ਕਰਕੇ ਜਿਹੜੀ ਐਕਸਲਰੇਸ਼ਨ ਆ ਅੱਡ ਟਾਈਮ 'ਤੇ ਉਹ ਵੀ ਅੱਡ ਹੋ ਜਾਂਦੀ ਹੈ। ਇਸ ਐਗਜ਼ਾਮਪਲ 'ਤੇ ਲਾ ਲਓ, ਮੰਨ ਲਓ ਪਹਿਲਾਂ ਬੰਦਾ ਇੱਥੇ ਖੜਾ ਹੋਇਆ, ਉਹ ਤੋਂ ਬਾਅਦ ਉਹ ਚੱਲਿਆ 2 ਸੈਕਿੰਡ ਵਿੱਚ ਉਹਦੀ ਵੈਲੋਸਿਟੀ ਹੋ ਗਈ ਜੀ 2 ਮੀਟਰ ਪਰ ਸੈਕਿੰਡ। ਉਹ ਤੋਂ ਬਾਅਦ ਫਿਰ ਉਹਨੇ ਹੋਰ ਤੇਜ਼ ਹੋ ਗਿਆ, ਮੰਨ ਲਓ ਅਗਲੇ 2 ਸੈਕਿੰਡ ਵਿੱਚ ਉਹ ਜ਼ਿਆਦਾ ਤੇਜ਼ ਭੱਜਿਆ, ਇਸੇ ਕਰਕੇ ਉਹਦੀ ਵੈਲੋਸਿਟੀ ਹੋ ਗਈ ਜੀ 6 ਮੀਟਰ ਪਰ ਸੈਕਿੰਡ ਮੰਨ ਲਓ। ਅਤੇ ਇਸੇ ਕਰਕੇ ਹੁਣ ਇਹਦੇ ਵਿੱਚ ਪਹਿਲਾਂ ਉਹਨੇ 2 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਵਧਾਈ, ਬਾਅਦ 'ਚ ਇਕੱਠੀ ਉਹਨੇ 4 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਵਧਾਈ। ਟਾਈਮ ਤਾਂ ਉਹਨੇ 2 ਸੈਕਿੰਡ ਹੀ ਲਿਆ ਇਹਨਾਂ ਦੋਵਾਂ ਵਿੱਚ ਵੀ। ਇਸੇ ਕਰਕੇ ਹੁਣ ਇਸ ਐਗਜ਼ਾਮਪਲ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਜਿਹੜੀ ਵੈਲੋਸਿਟੀ ਆ ਉਹ ਟਾਈਮ ਦੇ ਬਰਾਬਰ ਨਹੀਂ ਵਧੀ, ਇਸੇ ਕਰਕੇ ਐਕਸਲਰੇਸ਼ਨ ਵੀ ਅੱਡ ਹੋਊਗੀ। ਇਸੇ ਤਰੀਕੇ ਨਾਲ ਆਪਣੇ ਕੋਲ ਆ ਜਾਂਦਾ ਜੀ ਨਾਨ ਯੂਨੀਫਾਰਮ ਐਕਸਲਰੇਸ਼ਨ। ਅਤੇ ਮੇਨ ਟੌਪਿਕ ਆਉਂਦਾ ਜੀ ਗਰਾਫਸ। ਗਰਾਫ ਇੱਕ ਅਜਿਹੀ ਅਰੇਂਜਮੈਂਟ ਹੁੰਦੀ ਆ ਜਿਹਦੇ ਵਿੱਚ ਕੋਈ ਵੀ ਜਟਿਲ ਤੋਂ ਜਟਿਲ ਜਾਣਕਾਰੀ ਜਿਹੜੀ ਉਹਨੂੰ ਆਪਾਂ ਸਿੰਪਲ ਫਾਰਮ ਵਿੱਚ ਦਿਖਾ ਸਕਦੇ ਹਾਂ ਅਤੇ ਉਹਨੂੰ ਸੌਖਾ ਸਮਝਿਆ ਜਾ ਸਕਦਾ। ਜੇ ਆਪਣੇ ਕੋਲ ਵਾਹਵਾ ਸਾਰੀ ਜਾਣਕਾਰੀ ਹੋਵੇ ਅਤੇ ਉਹ ਜੇ ਆਪਾਂ ਨੰਬਰਸ ਵਿੱਚ ਲਿਖੀਏ ਤਾਂ ਉਹ ਔਖੀ ਹੋ ਜਾਂਦੀ ਹੈ, ਪਰ ਜਿਹੜੀ ਗ੍ਰਾਫੀਕਲ ਫਾਰਮ ਵਿੱਚ ਆਪਾਂ ਜੇ ਕੋਈ ਜਾਣਕਾਰੀ ਸ਼ੋਅ ਕਰਾਂਗੇ ਤਾਂ ਉਹ ਆਪਾਂ ਨੂੰ ਸੌਖੀ ਸਮਝ ਵੀ ਲੱਗ ਜੂਗੀ ਅਤੇ ਉਹ ਬਹੁਤ ਵਧੀਆ ਅਰੇਂਜਮੈਂਟ ਵੀ ਲੱਗ ਜੂਗੀ, ਦੇਖਣ 'ਚ ਵੀ ਚੰਗੀ ਲੱਗੂਗੀ। ਗੱਲ ਹੋਰ ਕਲੀਅਰ ਕਰ ਦੇਣਾ ਚਾਹੁੰਦਾ, ਜਿਹੜਾ ਗਰਾਫਸ ਵਿੱਚ 2 ਐਕਸਿਸ ਹੁੰਦੇ ਆ, ਵੈਸੇ ਤਾਂ ਜ਼ਿਆਦਾਤਰ ਬੱਚਿਆਂ ਨੂੰ ਪਤਾ ਹੀ ਹੋਊਗਾ, ਪਰ ਗਰਾਫਸ ਵਿੱਚ 2 ਐਕਸਿਸ ਹੁੰਦੇ ਆ, ਇੱਕ ਹੁੰਦਾ ਐਕਸ ਐਕਸਿਸ ਅਤੇ ਦੂਜਾ ਹੁੰਦਾ ਵਾਈ ਐਕਸਿਸ। ਹੁਣ ਆਪਾਂ ਇਹਨਾਂ ਦੋਵਾਂ ਐਕਸਿਸ ਵਿੱਚ ਦੋਵਾਂ ਐਕਸਿਸ 'ਤੇ ਅੱਡ ਵੇਰੀਏਬਲਸ ਰੱਖਣੇ ਹੁੰਦੇ ਆ, ਅੱਡ ਵੈਲਿਊਜ਼ ਰੱਖਣੀਆਂ ਹੁੰਦੀਆਂ। ਮਤਲਬ ਲਾ ਲਓ ਇੱਕ ਪਾਸੇ ਆਪਾਂ ਰੱਖ ਲਿਆ ਡਿਸਟੈਂਸ, ਦੂਜੇ ਪਾਸੇ ਰੱਖ ਲਿਆ ਟਾਈਮ, ਜਾਂ ਫਿਰ ਇੱਕ ਪਾਸੇ ਰੱਖ ਲਈ ਵੈਲੋਸਿਟੀ, ਇੱਕ ਪਾਸੇ ਰੱਖ ਲਿਆ ਆਪਾਂ ਟਾਈਮ, ਐਂ ਕਰਕੇ ਕੁਛ ਰੱਖਣਾ ਹੁੰਦਾ। ਹੁਣ ਜਿਹੜਾ ਗਰਾਫ ਦਾ ਐਕਸ ਐਕਸਿਸ ਹੁੰਦਾ, ਆਹ ਵਾਲਾ ਐਕਸਿਸ, ਇੱਧਰ ਵਾਲੇ ਨੂੰ ਐਕਸ ਐਕਸਿਸ ਕਹਿੰਦੇ ਆ। ਇੱਧਰਲੇ ਪਾਸੇ ਆਪਾਂ ਹਮੇਸ਼ਾ ਇੰਡੀਪੈਂਡੈਂਟ ਵੇਰੀਏਬਲ ਰੱਖਣਾ ਹੁੰਦਾ। ਇੰਡੀਪੈਂਡੈਂਟ ਵੇਰੀਏਬਲ ਤੋਂ ਭਾਵ ਇੱਕ ਅਜਿਹੀ ਰਾਸ਼ੀ ਜਿਹਦੀ ਵੈਲਿਊ ਕਿਸੇ ਹੋਰ ਰਾਸ਼ੀ ਦੇ ਪ੍ਰਭਾਵ ਦੇ ਵਿੱਚ ਆ ਕੇ ਬਦਲੇ ਨਾ। ਭਾਵ ਹੁਣ ਰੱਖ ਲਓ ਇੱਧਰਲੇ ਪਾਸੇ ਆਪਾਂ ਰੱਖਾਂਗੇ ਟਾਈਮ, ਰੱਖ ਲਿਆ। ਚਲੋ ਹੁਣ ਟਾਈਮ ਲਾ ਲਓ, ਜੇ ਆਪਾਂ ਦੂਰੀ ਅਤੇ ਸਮੇਂ ਦਾ ਗਰਾਫ ਬਣਾਉਂਦੇ ਹਾਂ, ਆਪਾਂ ਇੱਧਰਲੇ ਪਾਸੇ ਟਾਈਮ ਰੱਖ ਲਿਆ। ਟਾਈਮ ਆਪਾਂ ਇੱਧਰ ਤਾਂ ਰੱਖਾਂਗੇ ਕਿਉਂਕਿ ਦੂਰੀ
ਦੇ ਨਾਲ ਟਾਈਮ ਦਾ ਕੋਈ ਫਰਕ ਨਹੀਂ ਪੈਂਦਾ। ਟਾਈਮ ਆਪਦਾ ਇੰਡੀਪੈਂਡੈਂਟ ਹੈ। ਹੁਣ ਟਾਈਮ ਦੂਰੀ 'ਤੇ ਤਾਂ ਨਹੀਂ ਡਿਪੈਂਡ ਕਰਦਾ ਗਾ, ਜਾਂ ਕਿਸੇ ਹੋਰ ਚੀਜ਼ 'ਤੇ ਕਿਤੇ ਨਹੀਂ ਡਿਪੈਂਡ ਕਰਦਾ। ਇਸੇ ਕਰਕੇ ਆਪਾਂ ਇੱਧਰ ਰੱਖਾਂਗੇ ਇੰਡੀਪੈਂਡੈਂਟ ਵੇਰੀਏਬਲ ਟਾਈਮ ਆਪਣਾ। ਦੂਜੇ ਪਾਸੇ ਆਪਾਂ ਵਾਈ ਐਕਸਿਸ 'ਤੇ ਰੱਖਾਂਗੇ ਡਿਸਟੈਂਸ, ਜੇ ਆਪਾਂ ਡਿਸਟੈਂਸ 'ਤੇ ਟਾਈਮ ਦਾ ਗ੍ਰਾਫ ਬਣਾ ਰਹੇ ਹਾਂ, ਕਿਉਂਕਿ ਜਿਹੜਾ ਡਿਸਟੈਂਸ ਆ ਉਹ ਟਾਈਮ 'ਤੇ ਡਿਪੈਂਡ ਕਰਦਾ, ਉਹ ਟਾਈਮ ਦੇ ਨਾਲ ਚੇਂਜ ਹੁੰਦਾ। ਟਾਈਮ ਤਾਂ ਨਹੀਂ ਦੂਰੀ ਨਾਲ ਚੇਂਜ ਹੁੰਦਾ, ਦੂਰੀ ਵੱਧ ਗਈ ਤਾਂ ਟਾਈਮ ਚੇਂਜ ਹੋ ਜਾਊਗਾ, ਇੱਦਾਂ ਨਹੀਂ ਹੁੰਦਾ। ਪਰ ਜੇ ਟਾਈਮ ਵਧੂਗਾ ਤਾਂ ਦੂਰੀ ਵੱਧ ਘਟ ਸਕਦੀ ਹੈ। ਇਸੇ ਕਰਕੇ ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਉਸ ਤੋਂ ਬਾਅਦ ਆਪਾਂ ਮੇਨ ਆਪਣੇ ਗ੍ਰਾਫਸ 'ਤੇ ਚੱਲਦੇ ਹਾਂ। ਤੁਹਾਡੇ ਜਿਹੜਾ ਸਿਲੇਬਸ ਆ ਪੇਪਰ ਵਿੱਚ ਆਉਣਾ, ਉਹਦੇ ਵਿੱਚ ਆਪਾਂ ਨੂੰ ਦੋ ਤਰ੍ਹਾਂ ਦੇ ਗ੍ਰਾਫ ਆ ਸਕਦੇ ਆ। ਪਹਿਲਾ ਗ੍ਰਾਫ ਤਾਂ ਹੈਗਾ ਜੀ ਡਿਸਟੈਂਸ ਤੇ ਟਾਈਮ ਦਾ। ਇੱਕ ਪਾਸੇ ਆਪਾਂ ਰੱਖਾਂਗੇ ਦੂਰੀ ਨੂੰ ਅਤੇ ਦੂਜੇ ਪਾਸੇ ਰੱਖਾਂਗੇ ਆਪਾਂ ਸਮੇਂ ਨੂੰ। ਜਿਹੜਾ ਆਪਣੇ ਟਾਈਪ ਹੈਗੀ ਗ੍ਰਾਫ ਦੀ ਉਹ ਹੈਗੀ ਵੈਲੋਸਿਟੀ ਅਤੇ ਟਾਈਮ ਦਾ। ਹੁਣ ਇਹ ਜਿਹੜੇ ਗ੍ਰਾਫਸ ਆ ਇਹ ਦੋਵੇਂ ਬਹੁਤ ਇੰਪੋਰਟੈਂਟ ਹੈ। ਗੱਲ ਕਰਦੇ ਹਾਂ ਜੀ ਡਿਸਟੈਂਸ ਅਤੇ ਟਾਈਮ ਗ੍ਰਾਫ ਦੀ। ਦੋ ਤਰ੍ਹਾਂ ਦੇ ਆ, ਇੱਕ ਹੈਗਾ ਜੀ ਯੂਨੀਫਾਰਮ ਸਪੀਡ ਵਾਲਾ ਅਤੇ ਦੂਜਾ ਹੈਗਾ ਜੀ ਨਾਨ ਯੂਨੀਫਾਰਮ ਸਪੀਡ ਵਾਲਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਯੂਨੀਫਾਰਮ ਸਪੀਡ ਵਾਲੀ, ਭਾਵ ਇੱਕ ਸਮਾਨ ਗਤੀ। ਇੱਕ ਸਮਾਨ ਗਤੀ ਤੋਂ ਭਾਵ ਹੈ ਜੀ ਇੱਕ ਅਜਿਹੀ ਵਸਤੂ ਜਿਹਦੀ ਸਮੇਂ ਦੇ ਨਾਲ ਆਪਣੀ ਗਤੀ ਚੇਂਜ ਨਹੀਂ ਹੋ ਰਹੀ। ਮੰਨ ਲਓ ਕੋਈ ਕਾਰ 20 ਕਿਲੋਮੀਟਰ ਦੀ ਪਰ ਆਵਰ ਦੀ ਸਪੀਡ ਨਾਲ ਜਾ ਰਹੀ ਹੈ, ਤਾਂ ਉਹ 5 ਮਿੰਟਾਂ ਬਾਅਦ ਵੀ 20 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਜਾ ਰਹੀ ਹੈ, ਅਤੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਵੀ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਗ੍ਰਾਫ ਹੁੰਦਾ ਜੀ, ਹੁਣ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਇੱਧਰਲੇ ਪਾਸੇ ਆਪਣੇ ਕੋਲ ਹਮੇਸ਼ਾ ਆਊਗਾ ਇੰਡੀਪੈਂਡੈਂਟ ਵੇਰੀਏਬਲ ਜਿਹੜਾ ਕਿਸੇ 'ਤੇ ਡਿਪੈਂਡ ਨਹੀਂ ਕਰਦਾ। ਇੱਧਰ ਆ ਗਿਆ ਜੀ ਟਾਈਮ, ਇਹ ਆਪਾਂ ਮਿੰਟ ਵਿੱਚ ਲਿੱਤਾ ਹੋਇਆ, ਅਤੇ ਜਿਹੜਾ ਇੱਧਰਲੇ ਪਾਸੇ ਆਪਣੇ ਕੋਲ ਆ ਗਿਆ ਜੀ ਡਿਸਟੈਂਸ, ਇਹ ਆਪਾਂ ਕਿਲੋਮੀਟਰ ਵਿੱਚ ਲਿੱਤਾ ਹੋਇਆ। ਹੁਣ ਆਪਾਂ ਗ੍ਰਾਫ ਪਲਾਟ ਕਰ ਲਿਆ, ਇੱਧਰਲੇ ਪਾਸੇ ਆਪਾਂ ਟਾਈਮ ਰੱਖ ਲਿਆ 20 ਸੈਕਿੰਡ 20 ਮਿੰਟ 40 ਮਿੰਟ ਅਤੇ 60 ਮਿੰਟ। ਉਹਦੇ ਬਾਅਦ ਆਪਾਂ ਇੱਧਰਲੇ ਪਾਸੇ ਡਿਸਟੈਂਸ ਰੱਖ ਲਿਆ 5 ਕਿਲੋਮੀਟਰ 10 ਕਿਲੋਮੀਟਰ 15 20 25 ਅਤੇ 30। ਚਲੋ ਜੀ, ਉਦੋਂ ਬਾਅਦ ਜਦੋਂ ਆਪਾਂ ਗ੍ਰਾਫ ਪਲਾਟ ਕੀਤਾ ਤਾਂ 5 ਮਿੰਟ ਜਿਹੜਾ 20 ਮਿੰਟ 'ਤੇ ਸੀਗੇ, ਉਹ ਕਿਸੇ ਕਾਰ ਨੇ 5 ਕਿਲੋਮੀਟਰ ਟਰੈਵਲ ਕੀਤਾ। ਉਦੋਂ ਬਾਅਦ 20 ਮਿੰਟ ਫਿਰ ਪਾਸ ਹੋ ਗਏ, 40 ਮਿੰਟ ਬਾਅਦ ਉਹ ਕਾਰ 15 ਕਿਲੋਮੀਟਰ 'ਤੇ ਪਹੁੰਚ ਗਈ, ਮਤਲਬ 10 ਕਿਲੋਮੀਟਰ ਦਾ ਡਿਫਰੈਂਸ ਹੋ ਗਿਆ। ਉਦੋਂ ਬਾਅਦ ਫਿਰ ਜਦੋਂ 20 ਮਿੰਟ ਅਗਲੇ ਪਾਸ ਹੋਏ ਤਾਂ ਫਿਰ ਜਿਹੜੀ ਕਾਰ ਸੀਗੀ ਉਹ 25 ਕਿਲੋਮੀਟਰ 'ਤੇ ਪਹੁੰਚ ਗਈ। ਫਿਰ ਜਿਹੜਾ ਡਿਫਰੈਂਸ ਆ ਉਹ ਫਿਰ 10 ਕਿਲੋਮੀਟਰ ਦਾ ਆ ਗਿਆ, ਭਾਵ ਇੱਕ ਨਿਸ਼ਚਿਤ ਟਾਈਮ ਨਾਲ ਇੱਕ ਨਿਸ਼ਚਿਤ ਡਿਸਟੈਂਸ ਕਵਰ ਕਰ ਰਹੀ ਹੈ। ਅਤੇ ਆਪਾਂ ਨੂੰ ਪਤਾ ਵੀ ਜਿਹੜਾ ਵੈਲੋਸਿਟੀ ਦਾ ਫਾਰਮੂਲਾ ਹੁੰਦਾ ਡਿਸਟੈਂਸ ਓਵਰ ਡਿਸਪਲੇਸਮੈਂਟ ਓਵਰ ਟਾਈਮ, ਭਾਵ ਦੂਰੀ ਬਟਾ ਸਮਾਂ। ਹੁਣ ਜੇ ਇੱਕ ਬਰਾਬਰ ਦੂਰੀ ਇੱਕ ਬਰਾਬਰ ਟਾਈਮ ਵਿੱਚ ਕਵਰ ਕੀਤੀ ਜਾ ਰਹੀ ਹੈ, ਤਾਂ ਇਹ ਵੀ ਆਪਾਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਵੀ ਵੈਲਿਊਜ਼ ਸੇਮ ਰਹਿਣਗੀਆਂ। ਇੱਥੇ ਵੈਲਿਊ ਸੇਮ ਰਹੂਗੀ 5 ਮਿੰਟ ਅਤੇ 15 ਮਿੰਟ ਦੇ ਵਿੱਚ, ਇੱਥੇ 15 ਤੋਂ 25 ਮਿੰਟ ਦੇ ਵਿੱਚ ਵੀ ਵੈਲਿਊ ਸੇਮ ਰਹੂਗੀ। ਤਾਂ ਆਪਣੇ ਕੋਲ ਜਿਹੜੀ ਵੈਲੋਸਿਟੀ ਆਊਗੀ ਉਹ ਇੱਕੋ ਆਊਗੀ ਦੋਵਾਂ ਵਿੱਚ। ਲਾ ਲਓ, ਆਹ ਵੇਖ ਲਓ, ਹੁਣ ਆਪਾਂ 5 ਤੋਂ 15 ਵਿੱਚ ਕਰਦੇ ਹਾਂ, ਜਿਹੜਾ ਆਪਣੇ ਕੋਲ ਡਿਸਟੈਂਸ ਨਿਕਲ ਕੇ ਆਊਗਾ 10 ਆ ਜਾਊਗਾ ਜੀ, ਅਤੇ ਜਿਹੜਾ ਆਪਣੇ ਕੋਲ ਟਾਈਮ ਨਿਕਲ ਕੇ ਆਇਆ ਉਹ ਹੈਗਾ 20 ਤੋਂ 40, ਯਾਨੀ ਕਿ 20 ਮਿੰਟ ਹੋ ਗਿਆ। ਹੁਣ ਆਪਾਂ ਇਹਨਾਂ ਨੂੰ ਕੱਟ ਦਾਂਗੇ 1/2, ਭਾਵ 0.5 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਆ ਗਈ। ਹੁਣ ਜਦੋਂ ਆਪਾਂ 15 ਤੋਂ 25 ਦੇ ਵਿੱਚ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਨੂੰ ਫਿਰ ਵੈਲਿਊ ਆਊਗੀ 15 ਤੋਂ 25 ਵਿੱਚ 10, ਅਤੇ ਜਦੋਂ ਆਪਾਂ ਟਾਈਮ ਕੱਢਾਂਗੇ ਤਾਂ ਟਾਈਮ ਆਪਣੇ ਕੋਲ 20 ਆ ਜਾਊਗਾ। ਫਿਰ ਆਪਣੇ ਕੋਲ ਵੈਲੋਸਿਟੀ ਬਰਾਬਰ ਹੀ ਆ ਗਈ, ਭਾਵ ਵੀ ਹੁਣ ਆਪਾਂ ਇਸ ਲਾਈਨ 'ਤੇ ਜਿਹੜੇ ਵੀ ਪੁਆਇੰਟ ਆ ਇਹਨਾਂ 'ਤੇ ਫਿਰ ਹਰੇਕ 'ਤੇ ਵੈਲੋਸਿਟੀ ਸੇਮ ਹੋਊਗੀ, ਜੇ ਆਹ ਦੋ ਪੁਆਇੰਟਾਂ 'ਤੇ ਸੇਮ ਹੈ ਤਾਂ। ਇਸੇ ਕਰਕੇ ਇਹ ਚੀਜ਼ ਆਪਾਂ ਨੂੰ ਇੱਥੋਂ ਕਲੀਅਰ ਹੁੰਦੀ ਆ ਵੀ ਜਿਹੜਾ ਆਹ ਕਿਸੇ ਵੀ ਵੈਲੋਸਿਟੀ ਟਾਈਮ ਗ੍ਰਾਫ ਆ, ਡਿਸਟੈਂਸ ਟਾਈਮ ਗ੍ਰਾਫ ਆ, ਦੂਰੀ ਅਤੇ ਸਮੇਂ ਦਾ ਗ੍ਰਾਫ ਆ, ਉਹਦੀ ਜਿਹੜੀ ਢਲਾਣ ਉਹ ਆਪਾਂ ਨੂੰ ਕਿਸੇ ਵੀ ਵਸਤੂ ਦੀ ਆਬਜੈਕਟ ਦੀ ਵੈਲੋਸਿਟੀ ਦੱਸਦੀ ਹੈ। ਸਲੋਪ ਭਾਵ ਢਲਾਣ, ਕਿਸੇ ਵੀ ਵੈਲੋਸਿਟੀ ਡਿਸਟੈਂਸ ਅਤੇ ਟਾਈਮ ਦੇ ਗ੍ਰਾਫ ਦੀ ਜਿਹੜੀ ਸਲੋਪ ਹੁੰਦੀ ਹੈ ਜੀ ਉਹ ਆਪਾਂ ਨੂੰ ਹਮੇਸ਼ਾ ਵੈਲੋਸਿਟੀ ਦੱਸੇਗੀ। ਇਹ ਚੀਜ਼ ਇੰਪੋਰਟੈਂਟ ਆ। ਇਹ ਚੀਜ਼ ਜੇ ਤੁਹਾਨੂੰ ਸਮਝ ਲੱਗ ਗਈ ਤਾਂ ਤੁਸੀਂ ਗ੍ਰਾਫ ਵਾਲੇ ਸਾਰੇ ਸਵਾਲ ਮਿੰਟੋ ਮਿੰਟ ਕਰ ਦੋਗੇ, ਅਤੇ ਇਹ ਚੀਜ਼ ਤੁਹਾਨੂੰ ਪੇਪਰ 'ਚ ਵੀ ਪੁੱਛੀ ਜਾ ਸਕਦੀ ਹੈ। ਜੇ ਆਪਾਂ ਸਲੋਪ ਕੱਢਣੀ ਹੋਵੇ
ਹੁਣ ਆਪਾਂ ਸਲੋਪ ਕੱਢਾਂਗੇ ਕਿਵੇਂ, ਇਹ ਤੁਹਾਨੂੰ ਮੈਂ ਹੁਣੇ ਕੱਢ ਕੇ ਵਿਖਾਇਆ ਸਿਸਟਮ ਵੀ। ਹੁਣ ਆਪਾਂ ਇਹ ਤਾਂ ਆਪਾਂ ਇੱਥੋਂ ਵੇਖ ਲਿਆ, ਜੇ ਤਾਂ ਆਪਾਂ ਨੂੰ ਓਰੀਜਨ ਤੋਂ ਦਿੱਤਾ ਹੋਇਆ 0 ਤੋਂ ਦਿੱਤਾ ਹੋਇਆ ਭਾਵ, ਫਿਰ ਤਾਂ ਆਪਾਂ ਸਿੱਧਾ ਹੀ ਲਿਖ ਦਾਂਗੇ ਵੀ ਹਾਂ ਇੱਥੋਂ 15 ਆ ਗਿਆ, ਡਿਸਟੈਂਸ 15 ਆ ਗਿਆ ਇਸ ਪੁਆਇੰਟ 'ਤੇ, ਅਤੇ ਇਸ ਪੁਆਇੰਟ 'ਤੇ 40 ਆ ਗਿਆ। ਪਰ ਜੇ ਆਪਾਂ ਨੂੰ ਇੱਥੋਂ ਦਿੱਤਾ ਹੋਇਆ A ਤੋਂ B ਆਪਾਂ ਮਿਲਣੀ ਆ, ਹੁਣ ਤਾਂ ਨਹੀਂ ਆਪਾਂ 15 ਲਿਖ ਸਕਦੇ ਸਿੱਧਾ। ਹੁਣ ਆਪਾਂ ਨੂੰ ਇਹਨਾਂ ਦੋਵਾਂ ਪੁਆਇੰਟਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਮਾਈਨਸ ਕਰਨਾ ਪਊਗਾ। ਇਸ ਪੁਆਇੰਟ 'ਤੇ ਆਪਣੇ ਕੋਲ ਆਉਂਦਾ ਜੀ 15, ਅਤੇ ਇਸ ਪੁਆਇੰਟ 'ਤੇ ਆਪਣੇ ਕੋਲ ਆਉਂਦਾ 25। ਆਪਾਂ 25 ਮਾਈਨਸ, ਹੁਣ ਇਸ ਪੁਆਇੰਟ 'ਤੇ ਆਪਾਂ ਲਿਖਤਾ S2 ਅਤੇ ਇੱਧਰ S1 ਭਾਵ S2 ਮਾਈਨਸ S1, ਅਤੇ ਇਹਨਾਂ ਜਿਹੜੇ ਆਪਣੇ ਕੋਲ ਟਾਈਮ ਆਊਗਾ, ਟਾਈਮ ਆਪਾਂ ਇੱਥੇ T1 ਲਿਖਤਾ ਜੀ, ਅਤੇ ਇੱਥੇ ਆਪਾਂ ਲਿਖਤਾ T2। ਹੁਣ ਆਪਾਂ ਇਹਨਾਂ ਦੋਵਾਂ ਨੂੰ ਮਾਈਨਸ ਕਰ ਦਾਂਗੇ, ਫਿਰ ਆਪਣੇ ਕੋਲ ਐਕਚੁਅਲ ਟਾਈਮ ਅਤੇ ਡਿਸਟੈਂਸ ਆ ਜਾਏਗਾ ਜੇ ਆਪਾਂ ਇਸ ਦੋ ਪੁਆਇੰਟਸ ਵਿੱਚ ਕੱਢਣਾ ਹੋਵੇ। ਪਰ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਵੀ ਜਿਹੜੀ ਸਲੋਪ ਹੋਏਗੀ ਡਿਸਟੈਂਸ ਟਾਈਮ ਗ੍ਰਾਫ ਦੀ, ਆ ਗਿਆ ਜੀ ਅਗਲਾ ਗ੍ਰਾਫ, ਇਹ ਹੈਗਾ ਨੋਨ ਯੂਨੀਫਾਰਮ ਸਪੀਡ ਵਾਸਤੇ, ਨੋਨ ਯੂਨੀਫਾਰਮ ਸਪੀਡ ਜਾਂ ਵੈਲੋਸਿਟੀ। ਹੁਣ ਆਪਾਂ ਇੱਧਰ ਡਿਸਟੈਂਸ ਰੱਖ ਲਿਆ ਜੀ, ਇੱਧਰ ਟਾਈਮ ਰੱਖ ਲਿਆ। ਹੁਣ ਆਪਾਂ ਨੂੰ ਪਤਾ ਵੀ ਜਿਹੜੀ ਢਲਾਣ ਆ ਇਸ ਗ੍ਰਾਫ ਦੀ, ਡਿਸਟੈਂਸ ਅਤੇ ਟਾਈਮ ਗ੍ਰਾਫ ਦੀ ਜਿਹੜੀ ਢਲਾਣ ਆ ਉਹ ਆਪਾਂ ਨੂੰ ਵੈਲੋਸਿਟੀ ਦੱਸਦੀ ਹੈ, ਤੁਹਾਨੂੰ ਪਿੱਛੇ ਹੀ ਦੱਸ ਕੇ ਆਇਆ। ਹੁਣ ਜੇ ਆਪਾਂ ਇਹਦੀ ਢਲਾਣ ਵੇਖਾਂਗੇ, ਆਹ ਢਲਾਣ ਸਿੱਧਾ ਹੀ ਜਾਊਗੀ, ਜੇ ਇਸ ਪੁਆਇੰਟ ਦੀ ਕੱਢਾਂਗੇ ਤਾਂ ਆਪਾਂ ਇਹਦੀ ਢਲਾਣ ਇੱਥੇ ਆ, ਜੇ ਆਪਾਂ ਇੱਥੋਂ ਬਣਾਵਾਂਗੇ ਇਹਦੀ ਢਲਾਣ ਉੱਤੇ ਆ, ਇਹਦੀ ਢਲਾਣ ਉਦੋਂ ਜ਼ਿਆਦਾ ਹੈ ਅਤੇ ਇਹਦੀ ਉਦੋਂ ਜ਼ਿਆਦਾ ਹੋਊਗੀ। ਹੁਣ ਇਹਨਾਂ ਸਾਰਿਆਂ ਦੀ ਢਲਾਣ ਹੈ ਜਿਹੜੀ ਇਹ ਵੱਖੋ ਵੱਖਰੀ ਆ, ਅਤੇ ਹੁਣ ਆਪਾਂ ਨੂੰ ਜਿਹੜਾ ਪਤਾ ਵੀ ਹਾਂ ਸਲੋਪ ਹੈ ਜਿਹੜੀ ਕਿਸੇ ਵੀ ਡਿਸਟੈਂਸ ਟਾਈਮ ਗ੍ਰਾਫ ਦੀ, ਉਹ ਆਪਾਂ ਨੂੰ ਵੈਲੋਸਿਟੀ ਦੱਸਦੀ ਹੈ, ਵੇਗ ਦੱਸਦੀ ਹੈ। ਤਾਂ ਇਸੇ ਕਰਕੇ ਆਪਾਂ ਨੂੰ ਇੱਥੋਂ ਕਲੀਅਰ ਹੋ ਜਾਏਗਾ ਵੀ ਜਿਹੜਾ ਇਹ ਗ੍ਰਾਫ ਆ ਇਹਦੇ ਵਿੱਚ ਹਰੇਕ ਪੁਆਇੰਟ 'ਤੇ ਜਿਹੜੀ ਵੈਲੋਸਿਟੀ ਉਹ ਵੱਖੋ ਵੱਖਰੀ ਹੈ। ਇਸੇ ਕਰਕੇ ਇਸ ਗ੍ਰਾਫ ਨੂੰ ਕਿਹਾ ਜਾਂਦਾ ਨੋਨ ਯੂਨੀਫਾਰਮ ਵੈਲੋਸਿਟੀ ਗ੍ਰਾਫ, ਭਾਵ ਅਸਮਾਨ ਵੇਗ ਗ੍ਰਾਫ। ਹੁਣ ਆਪਾਂ ਨੂੰ ਇਹ ਕਿਵੇਂ ਪਤਾ ਲੱਗੇਗਾ ਵੀ ਹਾਂ ਇੱਥੇ ਵੈਲੋਸਿਟੀ ਜ਼ਿਆਦਾ ਹੈ ਕਿ ਇੱਥੇ ਘੱਟ ਹੈ, ਕਿਉਂਕਿ ਇਹ ਤੁਹਾਨੂੰ ਸਵਾਲ ਪੁੱਛਿਆ ਜਾ ਸਕਦਾ। ਹੁਣ ਇੱਕ ਗੱਲ ਕਲੀਅਰ ਰੱਖਣੀ ਹੈ ਵੀ ਜਿੰਨੀ ਜ਼ਿਆਦਾ ਢਲਾਣ ਹੋਊਗੀ ਕਿਸੇ ਗ੍ਰਾਫ ਦੀ, ਉਹਦੀ ਉਨੀ ਜ਼ਿਆਦਾ ਵੈਲੋਸਿਟੀ ਹੋਊਗੀ, ਭਾਵ ਜਿੰਨੀ ਜ਼ਿਆਦਾ ਸਲੋਪ ਕਿਸੇ ਗ੍ਰਾਫ ਦੀ ਹੋਊਗੀ ਉਨੀ ਵੱਧ ਉਸਦੀ ਵੈਲੋਸਿਟੀ ਹੋਊਗੀ। ਹੁਣ ਇਹਨਾਂ ਦੋਵਾਂ ਢਲਾਣਾਂ ਵਿੱਚੋਂ ਲਾ ਲਓ, ਇੱਕ ਆਪਣੇ ਕੋਲ ਇੱਥੇ ਢਲਾਣ ਬਣ ਗਈ ਐਡੀ ਇੱਦਾਂ ਦੀ, ਇੱਕ ਆਪਣੇ ਕੋਲ ਢਲਾਣ ਬਣ ਗਈ ਆਹ। ਹੁਣ ਇਹਨਾਂ 1 ਅਤੇ 2 ਢਲਾਣ ਵਿੱਚੋਂ ਕਿਹੜੀ ਢਲਾਣ ਜ਼ਿਆਦਾ ਹੈ? ਹੁਣ ਇਹ ਤਾਂ ਆਪਾਂ ਨੂੰ ਦੇਖ ਕੇ ਪਤਾ ਲੱਗ ਹੀ ਰਿਹਾ ਵੀ ਇਹਨਾਂ ਦੋਵਾਂ ਢਲਾਣਾਂ ਵਿੱਚੋਂ ਜਿਹੜੀ ਢਲਾਣ ਆ ਉਹ 2 ਨੰਬਰ ਵਾਲੀ ਢਲਾਣ ਜ਼ਿਆਦਾ ਆ। ਤਾਂ ਜੇ ਪੇਪਰ ਵਿੱਚ ਤੁਹਾਨੂੰ ਪੁੱਛਿਆ ਜਾਂਦਾ ਵੀ ਹਾਂ ਤੁਹਾਨੂੰ 2 ਕਾਰਾਂ ਦੀ ਵੈਲੋਸਿਟੀ ਦੱਸੀ ਗਈ ਹੈ, ਯੂਨੀਫਾਰਮ ਵੈਲੋਸਿਟੀ ਦੱਸੀ ਗਈ ਹੈ, ਇਹ ਯੂਨੀਫਾਰਮ ਆ, ਤਾਂ ਦੱਸੋ ਵੀ ਦੋਵਾਂ ਕਾਰਾਂ ਵਿੱਚੋਂ ਵੈਲੋਸਿਟੀ ਕਿਹਦੀ ਜ਼ਿਆਦਾ ਹੈ? ਡਿਸਟੈਂਸ ਟਾਈਮ ਗ੍ਰਾਫ ਦੀ ਸਲੋਪ ਆਪਾਂ ਨੂੰ ਦੱਸਦੀ ਹੈ ਵੈਲੋਸਿਟੀ, ਅਤੇ ਜਿੰਨੀ ਸਲੋਪ ਹੋਊਗੀ, ਜਿੰਨੀ ਢਲਾਣ ਹੋਊਗੀ ਉਹਦੀ ਵੈਲੋਸਿਟੀ ਵੀ ਉਨੀ ਜ਼ਿਆਦਾ ਹੋਊਗੀ। ਤਾਂ ਤੁਸੀਂ ਉੱਥੇ ਜਾ ਕੇ 2 ਨੰਬਰ 'ਤੇ ਟਿਕ ਲਾਓਗੇ। ਇਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਉਦੋਂ ਬਾਅਦ ਆਪਾਂ ਅੱਗੇ ਵੱਧਦੇ ਹਾਂ ਜੀ, ਵੈਲੋਸਿਟੀ ਟਾਈਮ ਗ੍ਰਾਫ। ਹੁਣ ਇਹ ਜਿਹੜਾ ਜੀ ਇਹ ਹੁੰਦਾ 3 ਟਾਈਪ ਦਾ। ਜਿਹੜਾ ਪਿਛਲਾ ਡਿਸਟੈਂਸ ਟਾਈਮ ਸੀਗਾ ਉਹ ਹੁੰਦਾ ਸੀਗਾ ਆਪਣਾ 2 ਟਾਈਪ ਦਾ, ਅਤੇ ਹੁੰਦਾ ਜੀ 3 ਟਾਈਪ ਦਾ। ਸਭ ਤੋਂ ਪਹਿਲਾਂ ਹੁੰਦਾ ਜੀ ਯੂਨੀਫਾਰਮ ਵੈਲੋਸਿਟੀ ਦਾ, ਭਾਵ ਇੱਕ ਸਮਾਨ ਗਤੀ। ਆਪਾਂ ਇੱਕ ਪਿੱਛੇ ਵੀ ਕੀਤਾ ਸੀ ਯੂਨੀਫਾਰਮ ਵੈਲੋਸਿਟੀ ਵਾਲਾ ਡਿਸਟੈਂਸ ਟਾਈਮ ਗ੍ਰਾਫ ਵਿੱਚ, ਉਹਦੇ ਵਿੱਚ ਆਹ ਆਉਂਦੀ ਸੀਗੀ ਸਟ੍ਰੇਟ ਲਾਈਨ ਐਂ ਕਰਕੇ। ਹੁਣ ਜਿਹੜਾ ਆਪਾਂ ਇੱਥੇ ਕਰਾਂਗੇ ਯੂਨੀਫਾਰਮ ਵੈਲੋਸਿਟੀ ਵਾਲਾ ਗ੍ਰਾਫ, ਹੁਣ ਆਪਾਂ ਕਿਉਂਕਿ ਇੱਥੇ ਡਿਸਟੈਂਸ ਨਹੀਂ ਗਾ, ਇੱਥੇ ਵੈਲੋਸਿਟੀ ਆ, ਹੁਣ ਇੱਥੇ ਵੈਲੋਸਿਟੀ ਆ ਆਪਣੇ ਕੋਲੇ। ਹੁਣ ਟਾਈਮ ਇੱਥੇ ਦਿੱਤਾ ਹੋਇਆ 1 2 3 4 ਮਿੰਟ, 1 2 3 4 ਮਿੰਟ ਦਿੱਤੇ ਹੋਏ ਆ, ਅਤੇ ਇੱਧਰ ਆਪਾਂ ਲਿਖੀ ਹੋਈ ਹੈ 10 20 30 40 ਵੈਲੋਸਿਟੀ। ਹੁਣ ਉਹਨਾਂ ਨੇ ਇਸ ਗ੍ਰਾਫ ਵਿੱਚ ਦਰਸਾਇਆ ਗਿਆ ਵੀ ਕੋਈ ਵੀ ਜੇ ਲਾ ਲਓ ਕੋਈ ਵਾਹਨ ਆ ਉਹ 30 ਕਿਲੋਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਨਾਲ ਜਾ ਰਿਹਾ, ਅਤੇ ਅੱਗੇ ਵੀ ਉਹ ਇਸੇ ਨਾਲ ਹੀ ਕੰਟੀਨਿਊ ਜਾ ਰਿਹਾ। 1 ਸੈਕਿੰਡ 'ਤੇ ਵੀ ਇੰਨੀ ਹੈ, ਵੇਖੋ 30 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ, 2 ਮਿੰਟ 'ਤੇ ਵੀ ਇੰਨੀ ਹੈ, 3 ਮਿੰਟ 'ਤੇ ਵੀ ਇੰਨੀ ਹੈ, ਅਤੇ 4 ਮਿੰਟ 'ਤੇ ਵੀ ਇੰਨੀ ਹੈ। ਫਿਰ ਜਦੋਂ ਆਪਾਂ ਸਾਰੀਆਂ ਡੋਟਸ
ਇੱਕ ਦੂਜੇ ਨਾਲ ਕਨੈਕਟ ਕਰਾਂਗੇ ਤਾਂ ਇਹ ਆਪਣੇ ਕੋਲੇ ਇੱਕ ਸਟ੍ਰੇਟ ਲਾਈਨ ਆ ਜਾਏਗੀ। ਜੇ ਉੱਥੇ ਪੇਪਰ 'ਚ ਤੁਹਾਨੂੰ ਪੁੱਛਣਗੇ ਵੀ ਹਾਂ ਇਸ ਕਾਰ ਦੀ ਵੈਲੋਸਿਟੀ ਵਿੱਚ ਕੋਈ ਚੇਂਜ ਹੋਇਆ ਇਸ ਤਰ੍ਹਾਂ ਦਾ ਗ੍ਰਾਫ ਦੇ ਕੇ, ਤਾਂ ਤੁਸੀਂ ਉੱਥੇ ਲਿਖ ਦੇਣਾ ਕੋਈ ਚੇਂਜ ਨਹੀਂ ਹੈ। ਇਸ ਤਰ੍ਹਾਂ ਦੇ ਸਵਾਲ ਹੀ ਆਉਣਗੇ ਤੁਹਾਨੂੰ ਪੇਪਰ ਵਿੱਚ। ਇਹ ਦੋ ਉਹਨਾਂ ਨੇ ਪੁਆਇੰਟ ਦੇਤੇ। ਹੁਣ ਉਹ ਤੁਹਾਡੇ ਤੋਂ ਪੁੱਛਣ ਬਈ ਹਾਂ ਇਹ ਤਾਂ ਉਹਨਾਂ ਨੇ ਵੈਲੋਸਿਟੀ ਤੇ ਟਾਈਮ ਦੇਤਾ, ਹੁਣ ਇਹਦੀ ਦੂਰੀ ਦੱਸੋ ਇਸ ਗ੍ਰਾਫ 'ਚੋਂ ਕੱਢ ਕੇ। ਥੱਲੇ ਆਪਸ਼ਨ ਦੇ ਦੇਣ ਤੁਹਾਨੂੰ ਵੀ ਇੰਨੀ ਦੂਰੀ ਆ। ਹੁਣ ਤੁਸੀਂ ਦੂਰੀ ਕਿਵੇਂ ਕੱਢੋਗੇ? ਤੁਹਾਨੂੰ ਪਤਾ ਵੀ ਵੈਲੋਸਿਟੀ ਦਾ ਫਾਰਮੂਲਾ ਕੀ ਹੁੰਦਾ, ਦੂਰੀ ਬਟਾ ਸਮਾਂ। ਹੁਣ ਜੇ ਆਪਾਂ ਸਮੇਂ ਨੂੰ ਉੱਧਰ ਜਾ ਕੇ ਗੁਣਾ ਹੋ ਜਾਏਗਾ, ਜੇ ਆਪਾਂ ਉੱਧਰ ਲੈ ਕੇ ਜਾਵਾਂਗੇ ਤਾਂ ਆਪਣੇ ਕੋਲ ਆਹ ਦੂਰੀ ਦਾ ਫਾਰਮੂਲਾ ਆ ਜਾਏਗਾ, ਵੇਗ ਗੁਣਾ ਸਮਾਂ। ਹੁਣ ਆਪਾਂ ਇੱਥੇ ਵੇਗ ਆਪਾਂ ਨੂੰ ਪਤਾ, ਕਿਉਂਕਿ ਇੱਥੇ ਵੇਗ ਤਾਂ ਬਦਲ ਨਹੀਂ ਰਿਹਾ, ਵੇਗ ਨਹੀਂ ਬਦਲ ਰਿਹਾ। ਵੇਗ ਆਪਣੇ ਕੋਲ ਹੈਗਾ 30 ਮੀਟਰ ਪਰ ਸੈਕਿੰਡ, ਆਪਾਂ ਇੱਥੇ ਲਿਖ ਲਾਂਗੇ 30। ਅਤੇ ਜਿਹੜਾ ਆਪਣੇ ਕੋਲ ਸਮਾਂ ਹੈ, ਸਮਾਂ 1 ਤੋਂ 4 ਹੈ। ਹੁਣ 0 ਤੋਂ ਨਹੀਂ ਸ਼ੁਰੂ, ਇਹ ਵੀ ਧਿਆਨ ਰੱਖਣਾ। 1 ਤੋਂ 4 ਹੈ, 4 ਮਾਈਨਸ 1 ਕਰਾਂਗੇ ਜਦੋਂ ਆਪਣੇ ਕੋਲ ਤਾਂ 3 ਆ ਜਾਏਗਾ। ਜਦੋਂ ਆਪਾਂ ਇਹਨਾਂ ਦੋਵਾਂ ਦੀ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ ਜੀ 90 ਕਿਲੋਮੀਟਰ। ਹੁਣ ਉੱਥੇ ਯੂਨਿਟ ਦਾ ਧਿਆਨ ਜ਼ਰੂਰ ਰੱਖਣਾ ਜੀ। ਜੇ ਉਹਨਾਂ ਨੇ ਤੁਹਾਨੂੰ ਗ੍ਰਾਫ ਵਿੱਚ ਮਿੰਟ ਦਿੱਤਾ ਹੋਇਆ ਇੱਧਰ, ਅਤੇ ਜਿਹੜਾ ਵੈਲੋਸਿਟੀ ਆ, ਵੈਲੋਸਿਟੀ ਤੁਹਾਨੂੰ ਕਿਲੋਮੀਟਰ ਵਿੱਚ ਦਿੱਤੀ ਹੋਈ ਹੈ, ਤਾਂ ਤੁਹਾਡਾ ਜਿਹੜਾ ਆਨਸਰ ਆਏਗਾ ਉਹ ਕਿਲੋਮੀਟਰ ਵਿੱਚ ਆਏਗਾ। ਉੱਥੇ ਮੀਟਰ ਵਾਲਾ 90 ਮੀਟਰ ਨਾ ਟਿਕ ਕਰ ਆਇਓ, ਨਹੀਂ ਤਾਂ ਤੁਹਾਡਾ ਜਿਹੜਾ ਆਨਸਰ ਆ ਉਹ ਰੋਂਗ ਹੋ ਜਾਏਗਾ। ਜੇਕਰ ਤਾਂ ਉਹਨਾਂ ਨੇ ਇੱਥੇ ਤੁਹਾਨੂੰ ਸੈਕਿੰਡ ਵਿੱਚ ਦਿੱਤਾ ਹੋਇਆ ਟਾਈਮ ਅਤੇ ਤੁਹਾਨੂੰ ਮੀਟਰ 'ਚ ਦਿੱਤਾ ਹੋਇਆ, ਤਾਂ ਤੁਸੀਂ ਉੱਥੇ ਜਾ ਕੇ 90 ਮੀਟਰ 'ਤੇ ਟਿਕ ਕਰਕੇ ਆਓਗੇ। ਇਹ ਚੀਜ਼ ਦਾ ਧਿਆਨ ਰੱਖਣਾ, ਆਪਦੀਆਂ ਯੂਨਿਟਸ ਵਿੱਚ ਧਿਆਨ ਰੱਖਣਾ, ਕਿਉਂਕਿ ਤੁਹਾਨੂੰ ਇਹ ਪਿਛਲੇ ਲੈਕਚਰ ਵਿੱਚ ਵੀ ਦੱਸਿਆ ਸੀ ਯੂਨਿਟਸ। ਉਦੋਂ ਬਾਅਦ ਆਪਾਂ ਅੱਗੇ ਜਾਂਦੇ ਹਾਂ ਜੀ, ਯੂਨੀਫਾਰਮ ਐਕਸਲਰੇਸ਼ਨ। ਇਹ ਸੀਗਾ ਆਪਣਾ ਯੂਨੀਫਾਰਮ ਵੈਲੋਸਿਟੀ, ਅਤੇ ਇਹ ਆਪਣੇ ਕੋਲ ਹੁੰਦਾ ਜੀ ਯੂਨੀਫਾਰਮ ਐਕਸਲਰੇਸ਼ਨ। ਹੁਣ ਆਪਾਂ ਨੂੰ ਪਤਾ ਵੀ ਜਿਹੜੀ ਵੈਲੋਸਿਟੀ ਆ, ਵੇਗ ਆ, ਉਹ ਪ੍ਰਵੇਗ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ, ਕਿਉਂਕਿ ਵੇਗ ਵਿੱਚ ਪਰਿਵਰਤਨ ਨੂੰ ਆਪਾਂ ਐਕਸਲਰੇਸ਼ਨ ਕਹਿੰਦੇ ਹਾਂ, ਪ੍ਰਵੇਗ ਕਹਿੰਦੇ ਹਾਂ। ਹੁਣ ਆਪਣੇ ਕੋਲ ਆਹ ਗ੍ਰਾਫ ਦਿੱਤਾ ਹੋਇਆ ਜੀ, ਇੱਧਰ ਆ ਗਿਆ ਵੈਲੋਸਿਟੀ ਆਪਣੇ ਕੋਲ, ਇੱਧਰ ਆ ਗਿਆ ਟਾਈਮ। ਹੁਣ ਆਹ ਵੇਖੋ, ਪਹਿਲਾਂ ਆਹ ਇਸ ਗ੍ਰਾਫ 'ਚ ਵੀ ਤੁਹਾਨੂੰ ਇੱਕ ਚੀਜ਼ ਦੱਸਦਾ। ਹੁਣ ਜਿਹੜਾ ਆਪਾਂ ਆਹ ਚੀਜ਼ ਸੀਗਾ ਇੱਥੇ, ਆਹ ਤਾਂ 30 ਸੀਗਾ, ਪੂਰਾ ਸਿਮਿਲਰ ਸੀਗਾ। ਹੁਣ ਲਾ ਲਓ ਇੱਥੋਂ ਤੋਂ ਲੈ ਕੇ ਇੱਥੋਂ ਤੱਕ 30 ਸੀਗਾ, ਆਹ ਇੱਕ ਸਾਈਡ ਬਣ ਗਈ। ਆਹ ਵਾਲੀ ਬਣ ਜਾਏਗੀ 30 ਮੀਟਰ ਪਰ ਸੈਕਿੰਡ ਦੀ ਸਾਈਡ ਬਣ ਜਾਏਗੀ, ਕਿਉਂਕਿ ਇੱਧਰ ਦਿੱਤਾ ਹੋਇਆ। ਅਤੇ ਆਹ ਆਪਣੇ ਕੋਲ ਸਾਈਡ ਦੂਜੀ ਬਣ ਜਾਏਗੀ 3 ਦੀ। ਇਸੇ ਕਰਕੇ ਆਪਾਂ ਜਿਹੜਾ ਆਪਾਂ ਨੂੰ ਪਤਾ ਵੀ ਜਿਹੜਾ ਏਰੀਆ ਵੀ ਹੁੰਦਾ, ਏਰੀਆ ਕਿਹਦੇ ਇਕੁਅਲ ਹੁੰਦਾ, ਲੈਂਥ ਇਨਟੂ ਬਰੈਥ ਦੇ। ਹੁਣ ਜਿਹੜਾ ਆਪਾਂ ਏਰੀਆ ਸਕੁਏਅਰ ਦਾ, ਉਹ ਆਪਾਂ ਨੂੰ ਏਰੀਆ ਦਿੱਤਾ ਹੋਇਆ, ਆਪਾਂ ਏਰੀਆ ਹੀ ਕੱਢਿਆ, ਤਾਂ ਕਰਕੇ ਆਪਣੇ ਕੋਲ ਵੈਲੋਸਿਟੀ ਆਈ। ਤਾਂ ਇੱਥੋਂ ਤੁਸੀਂ ਇੱਕ ਹੋਰ ਗੱਲ ਰੱਖ ਲੈਣੀ ਹੈ ਨੋਟ ਕਰਕੇ, ਵੀ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਆ, V ਅਤੇ T ਗ੍ਰਾਫ ਆ, ਉਹਦਾ ਏਰੀਆ ਖੇਤਰਫਲ ਉਹ ਆਪਾਂ ਨੂੰ ਦੂਰੀ ਦੱਸੇਗਾ, ਦੂਰੀ ਡਿਸਪਲੇਸਮੈਂਟ ਵਿਸਥਾਪਨ ਦੱਸੇਗਾ ਉਹ ਆਪਾਂ ਨੂੰ। ਇਹ ਚੀਜ਼ ਤੁਸੀਂ ਨੋਟ ਕਰਕੇ ਰੱਖ ਲੈਣੀ ਹੈ, ਇਹ ਚੀਜ਼ ਬਹੁਤ ਇੰਪੋਰਟੈਂਟ ਆ। ਉਦੋਂ ਬਾਅਦ ਆਪਾਂ ਅਗਲੇ ਵਾਲੇ 'ਤੇ ਵੱਧਦੇ ਹਾਂ ਜੀ, ਯੂਨੀਫਾਰਮ ਐਕਸਲਰੇਸ਼ਨ। ਹੁਣ ਇਹਦੇ ਵਿੱਚ ਆਪਣਾ ਵੈਲੋਸਿਟੀ ਦਿੱਤੀ ਹੋਈ ਆ, ਆਹ ਟਾਈਮ ਦਿੱਤਾ ਹੋਇਆ। ਹੁਣ ਆਪਾਂ ਪਿਛਲੇ ਵਾਲੇ ਗ੍ਰਾਫ ਵਿੱਚ ਵੇਖਿਆ ਸੀ ਡਿਸਟੈਂਸ ਅਤੇ ਟਾਈਮ ਦਾ ਗ੍ਰਾਫ ਸੀਗਾ, ਉਹਦੀ ਜਿਹੜੀ ਸਲੋਪ ਸੀ ਆਪਾਂ ਨੂੰ ਕੀ ਦੱਸਦੀ ਸੀਗੀ, ਵੈਲੋਸਿਟੀ। ਦੂਰੀ ਅਤੇ ਸਮੇਂ ਗ੍ਰਾਫ ਦੀ ਜਿਹੜੀ ਢਲਾਨ ਸੀਗੀ ਉਹ ਆਪਾਂ ਨੂੰ ਦੱਸਦੀ ਸੀਗੀ ਜੀ, ਉਹ ਆਪਾਂ ਨੂੰ ਦੱਸਦੀ ਸੀਗੀ ਵੈਲੋਸਿਟੀ। ਹੁਣ ਆਪਾਂ ਨੂੰ ਦਿੱਤਾ ਹੋਇਆ ਵੈਲੋਸਿਟੀ ਅਤੇ ਟਾਈਮ। ਹੁਣ ਜੇ ਆਪਾਂ ਵੈਲੋਸਿਟੀ ਅਤੇ ਟਾਈਮ ਲਿਖਦੇ ਹਾਂ ਤਾਂ ਆਪਣੇ ਕੋਲ ਕੀ ਚੀਜ਼ ਆਉਂਦੀ ਹੈ, ਵੈਲੋਸਿਟੀ ਅਤੇ ਟਾਈਮ। ਜੇ ਆਪਾਂ ਨੂੰ ਦੋ ਚੀਜ਼ਾਂ ਦਿੱਤੀਆਂ ਹੋਣ
ਆਪਾਂ ਨੂੰ ਪਤਾ ਐਕਸਲਰੇਸ਼ਨ ਦਾ ਫਾਰਮੂਲਾ ਕੀ ਹੁੰਦਾ, ਚੇਂਜ ਇਨ ਵੈਲੋਸਿਟੀ ਬਟਾ ਟਾਈਮ। ਇਸੇ ਕਰਕੇ ਜਿਹੜੀ ਇਸ ਗ੍ਰਾਫ ਦੀ ਸਲੋਪ ਹੋਏਗੀ, ਢਲਾਣ ਹੋਏਗੀ, ਉਹ ਆਪਾਂ ਨੂੰ ਐਕਸਲਰੇਸ਼ਨ ਦੱਸੇਗੀ। ਹੁਣ ਇਸ ਥਾਂ 'ਤੇ ਇਹਨਾਂ ਸਾਰੇ ਪੁਆਇੰਟਸ 'ਤੇ ਜਿਹੜੀ ਸਲੋਪ ਆ ਗ੍ਰਾਫ ਦੀ, ਉਹ ਸਲੋਪ ਆਪਾਂ ਨੂੰ ਇੱਕੋ ਤਰ੍ਹਾਂ ਦੀ ਆ, ਭਾਵ ਇੱਕੋ ਜਿੰਨੀ ਝੁਕੀ ਹੋਈ ਆ। ਇਸੇ ਕਰਕੇ ਜਿਹੜੇ ਇਸ ਗ੍ਰਾਫ ਦੀ ਜਿਹੜੀ ਸਲੋਪ ਆ ਉਹ ਇੱਕੋ ਤਰ੍ਹਾਂ ਦੀ ਐਕਸਲਰੇਸ਼ਨ ਦੱਸੇਗੀ, ਭਾਵ ਯੂਨੀਫਾਰਮ ਐਕਸਲਰੇਸ਼ਨ, ਸਮਾਨ ਗਤੀ, ਸਮਾਨ ਪ੍ਰਵੇਗ। ਹੁਣ ਜੇ ਆਪਾਂ ਸਲੋਪ ਕੱਢਣੀ ਆ ਤਾਂ ਸਲੋਪ ਕਿਵੇਂ ਕੱਢਾਂਗੇ ਆਪਾਂ? ਸਲੋਪ ਭਾਵ ਆਪਾਂ ਆਹ ਕੱਢਾਂਗੇ, ਆਹ ਚੀਜ਼। ਹੁਣ ਜੇ ਦੋ ਪੁਆਇੰਟ ਉਹਨਾਂ ਨੇ ਦਿੱਤੇ ਹੋਏ ਆ ਵੀ ਇਹਨਾਂ ਦੋਵਾਂ ਪੁਆਇੰਟਾਂ ਦੀ ਐਕਸਲਰੇਸ਼ਨ ਦੱਸੋ ਲੱਭ ਕੇ। ਹੁਣ ਆਪਾਂ ਨੂੰ ਪਤਾ ਜਿਹੜੀ ਯੂਨੀਫਾਰਮ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਆ ਉਹਦੀ ਸਲੋਪ ਢਲਾਣ ਜਿਹੜੀ ਉਹ ਆਪਾਂ ਨੂੰ ਐਕਸਲਰੇਸ਼ਨ ਦੱਸਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇੱਥੋਂ ਲੈ ਲਾਂਗੇ ਆਹ ਪੁਆਇੰਟ ਜਿਹੜਾ ਆਪਾਂ ਨੂੰ ਇੱਕ ਦਿੱਤਾ ਹੋਇਆ, ਇਹਦੇ ਸਾਹਮਣੇ ਕਿੰਨੀ ਐਕਸਲਰੇਸ਼ਨ ਹੈ ਜੀ? ਵੈਲੋਸਿਟੀ ਆਪਣੇ ਕੋਲ 30 ਹੈ। ਹੁਣ ਇਹਦੇ ਸਾਹਮਣੇ ਕਿੰਨੀ ਹੈ? ਇਹ ਹੈਗੀ 50। ਹੁਣ ਜੇ ਆਪਾਂ ਇਹਨਾਂ ਦੋਵਾਂ ਦੀ ਮਾਈਨਸ ਕਰਾਂਗੇ, ਆਪਣੇ ਕੋਲ ਆ ਜਾਏਗਾ ਡਿਸਟੈਂਸ। ਇਹਨਾਂ ਦੋਵਾਂ ਦੀ ਮਾਈਨਸ ਕਰਕੇ ਆਪਣੇ ਕੋਲ ਆ ਜਾਏਗਾ 20। ਤੇ ਉਦੋਂ ਬਾਅਦ ਜੇ ਆਪਾਂ ਇੱਧਰੋਂ ਟਾਈਮ ਵੇਖਾਂਗੇ ਥੱਲੇ, ਟਾਈਮ ਆਪਣੇ ਕੋਲ ਹੈਗਾ ਜੀ 15 ਤੇ 25। 25 ਮਾਈਨਸ 15 ਆਪਣੇ ਕੋਲ ਆਹ ਡਿਸਟੈਂਸ ਆ ਜਾਏਗਾ ਇੰਨਾ, ਇਹ ਆ ਜਾਏਗਾ ਆਪਣੇ ਕੋਲ 10। ਹੁਣ ਫਾਰਮੂਲਾ ਤਾਂ ਪਤਾ ਹੈ ਜੀ ਐਕਸਲਰੇਸ਼ਨ ਦਾ, ਵੈਲੋਸਿਟੀ ਆਪਣੇ ਕੋਲ ਮਾਈਨਸ ਕਰਕੇ 20 ਆ ਗਈ ਤੇ ਆਹ ਜਿਹੜਾ ਆਪਣੇ ਕੋਲ 10 ਆ ਗਿਆ। ਹੁਣ ਆਪਾਂ ਇਹਨਾਂ ਦੋਵਾਂ ਨੂੰ ਡਿਵਾਈਡ ਕਰ ਦਾਂਗੇ, 2 ਮੀਟਰ ਪਰ ਸੈਕਿੰਡ ਦੀ ਤੁਹਾਡੇ ਕੋਲ ਐਕਸਲਰੇਸ਼ਨ ਆ ਜਾਏਗੀ। ਉਦੋਂ ਬਾਅਦ ਆਪਾਂ ਨੂੰ ਇਹ ਵੀ ਪਤਾ ਵੀ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਦਾ ਏਰੀਆ ਹੈ, ਹੁਣ ਲਾ ਲਓ 2 ਪੁਆਇੰਟਾਂ ਦੇ ਵਿਚਲਾ ਏਰੀਆ, ਆਹ 2 ਪੁਆਇੰਟ ਆ ਆਪਣੇ ਕੋਲੇ, ਏਰੀਏ ਦੇ ਵਿੱਚ ਆ ਵੀ ਵਿੱਚ ਹੀ ਕਾਊਂਟ ਹੋਏਗਾ। ਖੇਤਰਫਲ, ਇਹ ਖੇਤਰਫਲ ਆਪਾਂ ਨੂੰ ਕੀ ਦੱਸਦਾ ਜੀ? ਦੂਰੀ। ਹੁਣ ਆਪਾਂ ਨੂੰ ਆਹ ਤਾਂ ਕੋਈ ਸ਼ੇਪ ਨਹੀਂ ਬਣੇਗੀ ਜੇ ਆਪਾਂ ਆਹ ਸਾਰੀ ਇਕੱਠੀ ਲਾ ਕੇ ਚੱਲਾਂਗੇ ਐਂ ਕਰਕੇ, ਇਹ ਤਾਂ ਕੋਈ ਸ਼ੇਪ ਨਹੀਂ ਬਣੀ। ਤਾਂ ਇਸੇ ਕਰਕੇ ਇਹਦਾ ਖੇਤਰਫਲ ਕੱਢਣ ਵਾਸਤੇ ਆਪਾਂ ਇਹਨਾਂ ਦੋਵਾਂ ਦੇ 2 ਪਾਰਟ ਕਰ ਲਾਂਗੇ। ਆਹ ਆਪਣੇ ਕੋਲ ਇੱਕ ਟ੍ਰਾਇੰਗਲ ਬਣ ਜਾਏਗਾ ਉੱਪਰ ਵਾਲਾ, ਤੇ ਆਹ ਥੱਲੇ ਵਾਲਾ ਆਪਣੇ ਕੋਲ ਇੱਕ ਰੈਕਟੈਂਗਲ ਬਣ ਜਾਏਗਾ। ਹੁਣ ਆਪਾਂ ਟ੍ਰਾਇੰਗਲ ਦਾ ਪਤਾ, ਜਿਹੜਾ ਏਰੀਆ ਖੇਤਰਫਲ ਹੁੰਦਾ ਉਹਦਾ ਫਾਰਮੂਲਾ ਹੁੰਦਾ ਹਾਫ ਗੁਣਾ ਲੰਬਾਈ ਗੁਣਾ ਚੌੜਾਈ ਜੀ। ਤੇ ਉਦੋਂ ਬਾਅਦ ਜਿਹੜਾ ਆਪਣੇ ਕੋਲ ਆਹ ਹੁੰਦਾ ਜੀ ਰੈਕਟੈਂਗਲ ਦਾ ਖੇਤਰਫਲ, ਇਹਦੇ ਵਿੱਚ ਪਲੱਸ ਕਰ ਦਾਂਗੇ, ਇਹ ਹੁੰਦਾ ਜੀ ਲੰਬਾਈ ਗੁਣਾ ਚੌੜਾਈ। ਹੁਣ ਜਦੋਂ ਆਪਾਂ ਇਹਦਾ ਕੱਢਾਂਗੇ ਖੇਤਰਫਲ ਤਾਂ ਇਹ ਆਪਣੇ ਕੋਲ ਦੂਰੀ ਦੱਸ ਦੇਗਾ। ਉਦੋਂ ਬਾਅਦ ਅੱਗੇ ਜੀ ਆਹ 2 ਪੁਆਇੰਟ ਨੋਟ ਕਰਨ ਵਾਲੇ ਆ, ਮੈਂ ਤੁਹਾਨੂੰ ਪਹਿਲਾਂ ਹੀ ਦੱਸਤੇ ਪਰ ਫਿਰ ਮੈਂ ਲਿਖੇ ਹੋਏ ਆ ਵੀ ਜਿਹੜਾ ਏਰੀਆ ਹੈ VT ਗ੍ਰਾਫ ਭਾਵ ਵੈਲੋਸਿਟੀ ਤੇ ਸਮਾਂ ਗ੍ਰਾਫ, ਉਹ ਆਪਾਂ ਨੂੰ ਡਿਸਪਲੇਸਮੈਂਟ ਦੱਸਦਾ, ਦੂਰੀ ਦੱਸਦਾ, ਡਿਸਪਲੇਸਮੈਂਟ ਵਿਸਥਾਪਨ ਦੱਸਦਾ। ਤੇ ਜਿਹੜੀ ਸਲੋਪ ਆ ਢਲਾਣ ਆ VT ਗ੍ਰਾਫ ਦੀ, ਉਹ ਆਪਾਂ ਨੂੰ ਐਕਸਲਰੇਸ਼ਨ ਦੱਸਦੀ ਹੈ, ਪ੍ਰਵੇਗ ਦੱਸਦੀ ਹੈ। ਹੁਣ ਇਹ ਵੀ ਤੁਹਾਨੂੰ ਮੈਂ ਦੱਸਿਆ ਹੋਇਆ ਵੀ ਜਿਹੜੀ ਢਲਾਣ ਜਿੰਦੀ ਸਭ ਤੋਂ ਜ਼ਿਆਦਾ ਹੋਏਗੀ ਢਲਾਣ, ਉਹਦੀ ਉਨੀ ਜ਼ਿਆਦਾ ਐਕਸਲਰੇਸ਼ਨ ਹੋਏਗੀ, ਕਿਉਂਕਿ ਮੈਂ ਤੁਹਾਨੂੰ ਪਿੱਛੇ ਵੈਲੋਸਿਟੀ ਵੀ ਦੱਸੀ ਸੀਗੀ ਉਸੇ ਤਰ੍ਹਾਂ। ਹੁਣ ਜੇ ਆਪਾਂ ਨੂੰ 2 ਢਲਾਣਾਂ ਦਿੱਤੀਆਂ ਹੋਈਆਂ, ਲਾ ਲਓ ਆਹ ਗ੍ਰਾਫ ਬਣ ਗਿਆ, ਇੱਕ ਆਹ ਦਿੱਤੀ ਹੋਈ ਆ, ਇੱਕ ਆਹ ਦਿੱਤੀ ਹੋਈ ਆ। ਹੁਣ ਇਹਨਾਂ ਦੋਵਾਂ ਵਿੱਚੋਂ ਢਲਾਣ ਆਹ ਵਾਲੀ ਜ਼ਿਆਦਾ ਹੈ 2 ਨੰਬਰ ਵਾਲੀ, ਤਾਂ ਇਸੇ ਕਰਕੇ ਇਹਦੀ ਐਕਸਲਰੇਸ਼ਨ ਜ਼ਿਆਦਾ ਹੋਏਗੀ। ਤੇ ਜੇ ਉਹ ਪੁੱਛ ਲੈਂਦੇ ਵੀ ਘੱਟ ਐਕਸਲਰੇਸ਼ਨ ਵਾਲਾ ਕਿਹੜਾ, ਫਿਰ ਤੁਸੀਂ ਆਹ ਦੱਸ ਦੇਣਾ ਜਿੰਦੀ ਘੱਟ ਹੈ ਸਭ ਤੋਂ। ਉਸ ਤੋਂ ਬਾਅਦ ਆਪਣੇ ਕੋਲ ਤੀਜਾ ਆਉਂਦਾ ਜੀ ਨੋਨ ਯੂਨੀਫਾਰਮ ਐਕਸਲਰੇਸ਼ਨ। ਹੁਣ ਉਹ ਵੀ ਤੁਹਾਨੂੰ ਦੱਸਿਆ ਹੋਇਆ ਵੀ ਹਾਂ ਜਿਹੜਾ ਢਲਾਣ ਆ ਵੈਲੋਸਿਟੀ ਟਾਈਮ ਗ੍ਰਾਫ ਦੀ, ਉਹ ਆਪਾਂ ਨੂੰ ਐਕਸਲਰੇਸ਼ਨ ਦੱਸਦੀ ਆ। ਹੁਣ ਇਹਦੀ ਅੱਡ ਪੁਆਇੰਟ 'ਤੇ ਅੱਡ ਢਲਾਣ ਹੈ, ਆਹ ਵੇਖੋ ਜੇ ਆਪਾਂ ਸਕੇਲ ਨਾਲ ਖਿੱਚਾਂਗੇ ਲਾਈਨਸ, ਜਾਂ ਉਂਝ ਹੀ ਖਿੱਚ ਕੇ ਵਿਖਾ ਦਿੰਦਾ ਤੁਹਾਨੂੰ, ਸਭ ਅੱਡ ਢਲਾਣ ਆ, ਅੱਡ ਢਲਾਣ ਤਾਂ ਭਾਵ ਇਹਦੀ ਅੱਡ ਐਕਸਲਰੇਸ਼ਨ ਹੋਏਗੀ ਇਹਨਾਂ ਅੱਡ ਪੁਆਇੰਟਸ 'ਤੇ। ਇਸੇ ਕਰਕੇ ਇਹਨੂੰ ਕਹਿੰਦੇ ਜੀ ਅਸਮਾਨ ਪ੍ਰਵੇਗ।
ਉਹਦੇ ਬਾਅਦ ਆਪਣੇ ਕੋਲੇ ਅਗਲਾ ਟੌਪਿਕ ਆਉਂਦਾ ਜੀ। ਉਹਦੇ ਬਾਅਦ ਆਪਣਾ ਇਹ ਲਾਸਟ ਟੌਪਿਕ ਰਹਿ ਗਿਆ ਸੀਗਾ ਇਸ ਚੈਪਟਰ ਦਾ। ਬਾਕੀ ਸਾਰੇ ਟੌਪਿਕ ਪੂਰੇ ਹੋ ਚੁੱਕੇ ਆ। ਇਹ ਹੈਗਾ ਜੀ ਯੂਨੀਫਾਰਮ ਸਰਕੂਲਰ ਮੋਸ਼ਨ, ਭਾਵ ਇੱਕ ਸਮਾਨ ਚੱਕਰਾਕਾਰ ਗਤੀ। ਇੱਥੇ ਗਤੀ ਆਏਗੀ। ਹੁਣ ਮੰਨ ਲਓ ਕੋਈ ਵੀ ਵਸਤੂ ਹੈ ਜਿਹੜੀ ਉਹ ਚੱਕਰਾਕਾਰ ਗਤੀ ਵਿੱਚ ਘੁੰਮ ਰਹੀ ਹੈ, ਭਾਵ ਚੱਕਰ ਦੀ ਫੋਰਮ ਵਿੱਚ ਘੁੰਮ ਰਹੀ ਹੈ, ਉਹ ਗੋਲ ਚੱਕਰ ਕੱਟ ਰਹੀ ਹੈ, ਤਾਂ ਉਹਦੀ ਆਪਾਂ ਸਪੀਡ ਕਿਵੇਂ ਲੱਭਾਂਗੇ? ਹੁਣ ਆਪਾਂ ਨੂੰ ਪਤਾ ਵੀ ਜਿਹੜਾ ਸਪੀਡ ਦਾ ਫਾਰਮੂਲਾ ਹੁੰਦਾ ਉਹ ਡਿਸਟੈਂਸ ਬਟੇ ਟਾਈਮ ਹੁੰਦਾ। ਪਰ ਹੁਣ ਆਪਾਂ ਡਿਸਟੈਂਸ ਕਿਵੇਂ ਕੱਢਾਂਗੇ? ਡਿਸਟੈਂਸ ਤਾਂ ਆਪਾਂ ਨੂੰ ਸਟੇਟ ਲਾਈਨ ਵਿੱਚ ਦਿੱਤਾ ਹੁੰਦਾ, ਆਪਾਂ ਨੂੰ ਹੁਣ ਗੋਲ ਚੱਕਰ ਵਿੱਚ ਕੱਢਣਾ ਕਿਵੇਂ ਹੋਊਗਾ? ਤਾਂ ਇਹਦੇ ਵਿੱਚ ਸਿੰਪਲ ਹੀ ਹੈ ਜੀ। ਡਿਸਟੈਂਸ ਵਾਸਤੇ ਆਪਾਂ ਜਿਹੜਾ ਚੱਕਰ ਦਾ ਘੇਰਾ ਇਹ ਬਾਹਰੋਂ ਮਿਲ ਲਾਂਗੇ। ਹੁਣ ਬਾਹਰੋਂ ਮਿਲਣ ਵਾਸਤੇ ਆਪਾਂ ਨੂੰ ਚੱਕਰ ਦੇ ਘੇਰੇ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ, ਭਾਵ ਸਰਕਮਫਰੈਂਸ ਆਫ ਸਰਕਲ ਦਾ ਫਾਰਮੂਲਾ ਆਪਾਂ ਨੂੰ ਪਤਾ ਹੋਣਾ ਚਾਹੀਦਾ। ਉਹ ਹੁੰਦਾ ਜੀ 2πr। 2πr ਆਪਣੇ ਕੋਲ ਡਿਸਟੈਂਸ ਆ ਜਾਏਗਾ। r ਹੁੰਦਾ ਜੀ ਰੇਡੀਅਸ, ਅਤੇ ਜਿਹੜਾ ਪਾਈ ਹੁੰਦਾ 22/7 ਅਤੇ 2 ਤਾਂ ਵੈਲਿਊ ਨਾਲ ਮਲਟੀਪਲਾਈ ਹੋ ਜਾਏਗੀ ਅਤੇ ਨਾਲ ਥੱਲੇ ਟਾਈਮ ਆ ਜਾਏਗਾ। ਬਸ ਆਹ ਇੱਕ ਗੱਲ ਦਾ ਧਿਆਨ ਰੱਖਣਾ, ਜੇ ਉੱਥੇ ਤੁਹਾਨੂੰ ਚੱਕਰ ਦੀ ਫੋਰਮ ਵਿੱਚ ਪੁੱਛ ਲੈਣ ਵੀ ਹਾਂ ਸਪੀਡ ਕੱਢੋ, ਤਾਂ ਤੁਹਾਨੂੰ ਡਿਸਟੈਂਸ ਕੱਢਣ ਵਿੱਚ ਕਨਫਿਊਜ਼ਨ ਨਾ ਹੋਵੇ। ਡਿਸਟੈਂਸ ਵਾਸਤੇ ਆਪਾਂ ਲਾਵਾਂਗੇ ਘੇਰੇ ਦਾ ਫਾਰਮੂਲਾ, ਚੱਕਰ ਦੇ ਘੇਰੇ ਦਾ ਫਾਰਮੂਲਾ, ਇੰਗਲਿਸ਼ 'ਚ ਸਰਕਮਫਰੈਂਸ ਕਹਿੰਦੇ ਜੀ। ਸਰਕਮਫਰੈਂਸ ਆਫ ਸਰਕਲ। ਬਾਕੀ ਆਪਣਾ ਚੈਪਟਰ ਜੀ ਇੱਥੇ ਸਾਰੇ ਆ ਕੇ ਖ਼ਤਮ ਹੋ ਜਾਂਦਾ। ਇਸ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਤੁਹਾਡੇ ਸਪੋਰਟ ਦੀ ਲੋੜ ਹੈ, ਤਾਂ ਇਸੇ ਕਰਕੇ ਪਲੀਜ਼ ਇਸ ਜਿਹੜਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਅੱਗੇ ਸ਼ੇਅਰ ਵੀ ਕਰ ਦਿਓ। ਵੀਡੀਓ ਜੇ ਤੁਹਾਨੂੰ ਚੰਗੀ ਲੱਗੇ, ਤੁਹਾਨੂੰ ਕੁਝ ਸਮਝ ਲੱਗਿਆ ਹੋਵੇ, ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਵੀ ਕਰ ਦੇਣਾ। ਅਤੇ ਆਪਾਂ ETT ਦੇ ਜਿਹੜਾ ਬਾਕੀ ਸਾਰਾ ਸਿਲੇਬਸ ਆ ਉਹ ਵੀ ਪੂਰਾ ਕਰਾਵਾਂਗੇ। 19 ਦਿਨ ਰਹਿ ਗਏ ਆ ਜੀ ETT ਦੇ ਸਾਰਾ ਪੇਪਰ ਹੋਣ 'ਚ, ਜਿਹੜਾ ਮਾਸਟਰ ਕੇਡਰ ਦਾ। ਆਪਾਂ ਸਾਰਾ ਸਿਲੇਬਸ 19 ਦਿਨਾਂ ਵਿੱਚ ਪੂਰਾ ਕਰਾ ਦੇਣਾ। ਇਸੇ ਕਰਕੇ ਇਸ ਚੈਨਲ ਨਾਲ ਜੁੜੇ ਰਹੋ। ਹੁਣ ਅੱਗੇ ਵੀਡੀਓਜ਼ ਵੀ ਛੇਤੀ ਪੋਸਟ ਹੋਣਗੀਆਂ ਅਤੇ ਜ਼ਿਆਦਾ ਮਾਤਰਾ ਵਿੱਚ ਪੋਸਟ ਹੋਣਗੀਆਂ। ਧੰਨਵਾਦ।